ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਤੁਸੀਂ ਜਾਣਦੇ ਹੀ ਹੋ ਕਿ ਇਸ ਚੈਨਲ ਦੇ ਰਾਹੀਂ ਅਸੀਂ ਤੁਹਾਡੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਭਗਤਾਂ, ਅਵਤਾਰਾਂ ਤੇ ਰਿਸ਼ੀਆਂ ਮੁਨੀਆਂ ਦੀਆਂ ਕਥਾਵਾਂ ਸਾਂਝੀਆਂ ਕਰਦੇ ਹਾਂ। ਅੱਜ ਅਸੀਂ ਤੁਹਾਡੇ ਨਾਲ ਭਗਤ ਤਿਰਲੋਚਨ ਜੀ ਦੀ ਕਥਾ ਸਾਂਝੀ ਕਰਨ ਜਾ ਰਹੇ ਹਾਂ। ਭਗਤ ਤਿਰਲੋਚਨ ਜੀ ਤੇ ਨਾਮਦੇਵ ਜੀ ਇੱਕ ਦਿਨ ਬੈਠੇ ਪ੍ਰਭੂ ਦੀਆਂ ਗੱਲਾਂ ਕਰ ਰਹੇ ਸਨ ਤੇ ਪ੍ਰਭੂ ਦੀਆਂ ਗੱਲਾਂ ਸੁਣ ਕੇ ਭਗਤ ਤਿਰਲੋਚਨ ਜੀ ਦੇ ਮਨ ਵਿੱਚ ਪ੍ਰਭੂ ਦਰਸ਼ਨਾਂ ਦੀ ਲਾਲਸਾ ਪੈਦਾ ਹੋਈ ਤੇ ਉਹ ਨਾਮਦੇਵ ਜੀ ਨੂੰ ਕਹਿਣ ਲੱਗੇ, ਤੁਸੀਂ ਤਾਂ ਪ੍ਰਭੂ ਦੇ ਪਿਆਰੇ ਹੋ, ਸਾਡੀ ਵੀ ਸਿਫਾਰਿਸ਼ ਕਰ ਦਿਓ, ਸਾਨੂੰ ਵੀ ਪ੍ਰਭੂ ਦਰਸ਼ਨ ਦੇ ਦੇਣ। ਤੇ ਨਾਮਦੇਵ ਜੀ ਕਹਿਣ ਲੱਗੇ, ਚਲੋ ਭਾਈ, ਪ੍ਰਭੂ ਤੋਂ ਹੀ ਪੁੱਛ ਲੈਂਦੇ ਹਾਂ ਕਿ ਉਹ ਤੁਹਾਨੂੰ ਦਰਸ਼ਨ ਦੇਣਗੇ ਕਿ ਨਹੀਂ। ਤੇ ਇਹ ਸੁਣ ਕੇ ਨਾਮਦੇਵ ਜੀ ਨੇ ਪ੍ਰਭੂ ਅੱਗੇ ਪ੍ਰਾਰਥਨਾ ਕੀਤੀ ਤੇ ਭਗਵਾਨ ਹੱਸ ਕੇ ਬੋਲੇ, ਮੈਂ ਪੁੰਨਦਾਨ ਤੇ ਭੇਟਾਂ ਇਹ ਸਭ ਚੀਜ਼ਾਂ ਤੇ ਨਹੀਂ ਰੀਝਦਾ, ਮੈਂ ਤੇ ਭਗਤ ਦੀ ਭਗਤੀ ਤੇ ਪ੍ਰੇਮ ਦਾ ਭੁੱਖਾ ਹਾਂ। ਮੇਰੇ ਆਖੇ ਦਰਸ਼ਨ ਦੇ ਦਿੰਦੇ ਹਾਂ ਭਾਈ। ਜੋ ਭਗਵਾਨ ਦਾ ਹੁਕਮ ਸੀ ਸੋ ਨਾਮਦੇਵ ਜੀ ਨੇ ਤਿਰਲੋਚਨ ਨੂੰ ਸੁਣਾ ਦਿੱਤਾ। ਭਾਈ, ਸ਼ਰਧਾ ਭਾਵਨਾ ਰੱਖ, ਪੁੰਨ ਦਾਨ ਕਰ, ਦਿਲ ਵਿੱਚ ਦਰਸ਼ਨ ਦੀ ਆਸ ਜ਼ਰੂਰ ਰੱਖ। ਤਿਰਲੋਚਨ ਜੀ ਘਰ ਚਲੇ ਗਏ। ਬਹੁਤ ਖੁਸ਼ ਸੀ। ਤਿਰਲੋਚਨ ਜੀ ਦੇ ਕੋਈ ਸੰਤਾਨ ਨਹੀਂ ਸੀ। ਘਰ ਵਿੱਚ ਦੋਨੋਂ ਹੀ ਮੀਆਂ ਬੀਬੀ ਸਨ। ਸੰਤਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਸੀ। ਰੱਬ ਨਾਲ ਪਿਆਰ ਬਹੁਤ ਸੀ ਤੇ ਪਤੀ ਪਤਨੀ ਦੋਵੇਂ ਮਿਲ ਕੇ ਸੰਤਾਂ ਦੀ ਸੇਵਾ ਕਰਦੇ ਸਨ। ਘਰ ਵਿੱਚ ਕੰਮ ਬਹੁਤ ਜ਼ਿਆਦਾ ਹੁੰਦਾ ਸੀ ਤੇ ਇਹ ਸੋਚ ਕੇ ਦੋਨੇ ਕਹਿਣ ਲੱਗੇ ਕਿ ਕਿਉਂ ਨਾ ਇੱਕ ਟਹਿਲੂਆ ਰੱਖ ਲਿਆ ਜਾਏ ਤੇ ਜੋ ਕਿ ਬਰਤਨ ਸਾਫ਼ ਕਰ ਦਿਆ ਕਰੇ, ਕਿਉਂਕਿ ਵੇਲੇ ਕੁਵੇਲੇ ਸੰਤ ਕਈ ਵਾਰ ਭੁੱਖੇ ਹੀ ਤੁਰ ਜਾਂਦੇ ਹਨ ਤੇ ਉਹ ਸਾਡੀ ਮਦਦ ਕਰ ਦਿਆ ਕਰੇਗਾ। ਨੌਕਰ ਰੱਖਣ ਦੀ ਸਲਾਹ ਵੀ ਪੱਕੀ ਹੋ ਗਈ। ਇੱਕ ਦਿਨ ਤਿਰਲੋਚਨ ਜੀ ਬਾਜ਼ਾਰ ਵਿੱਚ ਜਾ ਰਹੇ ਸਨ ਤਾਂ ਆਪ ਨੂੰ ਇੱਕ ਗਰੀਬੜਾ ਜਿਹਾ ਪੁਰਸ਼ ਮਿਲਿਆ। ਉਹਦਾ ਚਿਹਰਾ ਬਿਲਕੁਲ ਚਮਕ ਰਿਹਾ ਸੀ, ਅੱਖਾਂ ਵੀ ਚਮਕ ਰਹੀਆਂ ਸੀ, ਪਰ ਲੀੜੇ ਪਾਟੇ ਹੋਏ ਪਾਏ ਹੋਏ ਸਨ। ਤਿਰਲੋਚਨ ਜੀ ਨੇ ਝਿਜਕ ਕੇ ਪੁੱਛਿਆ, ਭਾਈ, ਕੀ ਤੂੰ ਨੌਕਰ ਰਹਿਣਾ ਚਾਹੁੰਦਾ ਹੈ? ਤੇ ਉਹ ਕਹਿਣ ਲੱਗਾ, ਮੈਂ ਨੌਕਰੀ ਲੱਭਦਾ ਫਿਰਦਾ ਹਾਂ, ਪਰ ਮੇਰੀ ਸ਼ਰਤ ਕੋਈ ਨਹੀਂ ਮੰਨਦਾ। ਇਸ ਵਾਸਤੇ ਮੈਨੂੰ ਕੋਈ ਰੱਖਦਾ ਹੀ ਨਹੀਂ। ਜੇ ਸ਼ਰਤ ਕੋਈ ਮੰਨੇ ਤਾਂ ਮੈਂ ਉਹਦੇ ਘਰ ਨੌਕਰੀ ਕਰ ਲਵਾਂਗਾ। ਤਿਰਲੋਚਨ ਜੀ ਕਹਿਣ ਲੱਗੇ, ਭਾਈ, ਤੂੰ ਆਪਣੀ ਸ਼ਰਤ ਦੱਸ ਸਕਦਾ ਹੈ? ਉਹ ਪੁਰਸ਼ ਕਹਿਣ ਲੱਗਾ, ਜੀ ਸ਼ਰਤ ਮੇਰੀ ਮਾਮੂਲੀ ਜੀ ਹੈ। ਮੈਂ ਰੋਟੀ ਕੱਪੜੇ ਬਦਲੇ ਨੌਕਰੀ ਕਰਦਾ ਹਾਂ, 1 ਵੀ ਰੁਪਈਆ ਨਗਦ ਨਹੀਂ ਲੈਂਦਾ, ਬਸ ਰੋਟੀ ਖਾਂਦਾ ਹਾਂ। ਪਰ ਘਰ ਦਾ ਕੋਈ ਵੀ ਜੀ ਆਪਣੇ ਆਂਢ ਗਵਾਂਢ ਵਿੱਚ ਮੇਰੀ ਰੋਟੀ ਬਾਰੇ ਗੱਲ ਨਾ ਕਰੇ ਕਿ ਇਹ ਕਿੰਨੀ ਰੋਟੀ ਖਾਂਦਾ ਹੈ। ਇਹ ਇੱਦਾਂ ਹੀ ਆਖਿਆ ਕਿ ਰੋਟੀਆਂ ਬਹੁਤੀਆਂ ਖਾਂਦਾ ਹੈ ਤਾਂ ਮੈਂ ਉਹ ਕੰਮ ਛੱਡ ਕੇ ਚਲਾ ਜਾਵਾਂਗਾ। ਹਾਂ, ਕੰਮ ਤੁਸੀਂ ਜੋ ਵੀ ਮੈਨੂੰ ਆਖੋਗੇ ਮੈਂ ਉਹ ਸਾਰੇ ਕੰਮ ਕਰਾਂਗਾ। ਮੈਂ ਸਾਰਾ ਕੰਮ ਕਰਨਾ ਜਾਣਦਾ ਹਾਂ। ਰਾਤ ਦਿਨ ਦੀ ਮੈਨੂੰ ਕੋਈ ਪਰਵਾਹ ਨਹੀਂ ਹੈ। ਪੂਰੀ ਰਾਤ ਵੀ ਜਾਗ ਕੇ ਮੈਨੂੰ ਕੋਈ ਫਰਕ ਨਹੀਂ ਪੈਂਦਾ। ਦੇਖ ਲਵੋ, ਜੇ ਤੁਸਾਨੂੰ ਇਹ ਸ਼ਰਤ ਮਨਜ਼ੂਰ ਹੈ ਤਾਂ ਮੈਂ ਤੁਹਾਡੇ ਨਾਲ ਚੱਲਦਾ ਹਾਂ, ਪਰ ਸ਼ਰਤ ਮੇਰੀ ਉਹੀ ਰਹੇਗੀ ਕਿ ਮੇਰੀ ਰੋਟੀ ਨੂੰ ਨਾਪਿਆ ਤੋਲਿਆ ਨਾ ਜਾਵੇ, ਨਹੀਂ ਤਾਂ ਮੈਂ ਉਸੇ ਦਿਨ ਨੌਕਰੀ ਛੱਡ ਦਿਆਂਗਾ। ਮੇਰੇ ਇਹੀ ਇੱਕੋ ਗੱਲ ਚਾਹੁੰਦਾ ਹਾਂ। ਠੀਕ ਹੈ, ਤੁਸੀਂ ਘਰ ਦੱਸ ਕੇ ਸਲਾਹ ਕਰਕੇ ਮੈਨੂੰ ਦੱਸ ਦਵੋ। ਭਗਤ ਤਿਰਲੋਚਨ ਜੀ ਨੇ ਉਸ ਦੀ ਸ਼ਰਤ ਮਨਜ਼ੂਰ ਕਰ ਲਈ ਤੇ ਜੋ ਟਹਿਲੂਆ ਸੀ ਉਹ ਵੀ ਭਗਤ ਤਿਰਲੋਚਨ ਜੀ ਦੇ ਨਾਲ ਤੁਰ ਪਿਆ। ਅਸਲ ਵਿੱਚ ਉਹ ਟਹਿਲੂਆ ਹਰੀ ਭਗਵਾਨ ਆਪ ਹੀ ਸੀ। ਨਾਮਦੇਵ ਜੀ ਦੇ ਕਹਿਣ ਤੇ ਤਿਰਲੋਚਨ ਨੂੰ ਦਰਸ਼ਨ ਦੇਣ ਵਾਸਤੇ ਆਏ ਸਨ। ਭਗਵਾਨ ਨੇ ਆਪਣਾ ਨਾਂ ਤਿਰਲੋਚਨ ਨੂੰ ਅੰਤਰਜਾਮੀ ਦੱਸਿਆ। ਅੰਤਰਜਾਮੀ ਘਰ ਆ ਗਿਆ। ਘਰ ਦੇ ਸਾਰੇ ਕੰਮ ਉਸ ਨੂੰ ਸੌਂਪ ਦਿੱਤੇ ਗਏ, ਪਰ ਕੰਮ ਸੌਂਪਣ ਤੋਂ ਪਹਿਲਾਂ ਤਿਰਲੋਚਨ ਜੀ ਨੇ ਆਪਣੀ ਪਤਨੀ ਨੂੰ ਆਖਿਆ, ਦੇਖੋ ਜੀ,
ਇਹ ਟਹਿਲੂਏ ਨੂੰ ਇੱਕ ਤਾਂ ਜਵਾਨੋ ਮੰਦਾ ਸ਼ਬਦ ਨਹੀਂ ਆਖਣਾ ਤੇ ਉਹ ਜਿੰਨੀ ਵੀ ਰੋਟੀ ਖਾਵੇ ਉਹਨੂੰ ਖਾਣ ਦਿੱਤੀ ਜਾਵੇ ਤੇ ਕਿਸੇ ਨੂੰ ਵੀ ਇਹ ਨਹੀਂ ਦੱਸਣਾ ਕਿ ਇਹ ਕਿੰਨੀ ਰੋਟੀ ਖਾਂਦਾ ਹੈ ਜਾਂ ਨਹੀਂ ਤੇ ਰੋਟੀ ਬਾਰੇ ਕੋਈ ਗੱਲ ਨਹੀਂ ਹੋਵੇਗੀ। ਉਹਦੀ ਪਤਨੀ ਕਹਿਣ ਲੱਗੀ ਕਿ ਸਤ ਵਚਨ। ਸੰਤ ਆਉਂਦੇ ਜਾਂਦੇ ਰਹਿੰਦੇ, ਟਹਿਲੂਆ ਅੰਤਰਜਾਮੀ ਆਏ ਗਏ ਦੀ ਬਹੁਤ ਸੇਵਾ ਕਰਦਾ। ਸੰਤ ਬਹੁਤ ਪ੍ਰਸੰਨ ਹੋ ਕੇ ਜਾਂਦੇ ਤੇ ਟਹਿਲੂਏ ਦੀ ਖੂਬ ਪ੍ਰਸ਼ੰਸਾ ਕਰਕੇ ਜਾਂਦੇ ਤੇ ਕਹਿੰਦੇ ਇਹ ਤਾਂ ਰੱਬ ਦਾ ਹੀ ਰੂਪ ਹੈ, ਵੱਡਾ ਗੁਰਮੁਖ ਹੈ, ਸਭ ਇਹੋ ਹੀ ਮਹਿਮਾ ਕਰਦੇ। ਤਿਰਲੋਚਨ ਦੀ ਵਡਿਆਈ ਸਾਰੇ ਸ਼ਹਿਰ ਦੇ ਬਾਹਰ ਹੋਣ ਲੱਗ ਪਈ। ਇਸ ਤਰ੍ਹਾਂ ਸੇਵਾ ਕਰਦਿਆਂ ਸਾਲ ਲੰਘ ਗਿਆ। ਸਾਲ ਤੋਂ ਪਿੱਛੋਂ ਦੀ ਗੱਲ ਹੈ, ਇੱਕ ਦਿਨ ਤਿਰਲੋਚਨ ਜੀ ਦੀ ਸੁਪਤਨੀ ਇੱਕ ਗਵਾਂਢਣ ਕੋਲ ਜਾ ਬੈਠੀ ਤੇ ਇਸਤਰੀ ਜਾਤ ਦਾ ਅਕਸਰ ਇਹ ਸੁਭਾਅ ਹੁੰਦਾ ਹੈ ਕਿ ਉਹ ਬਹੁਤ ਗੱਲਾਂ ਕਰਦੀਆਂ ਹਨ ਤੇ ਕਈ ਵਾਰ ਆਪਣੀ ਗੱਲ ਦੂਸਰੇ ਨੂੰ ਦੱਸ ਦਿੰਦੀਆਂ ਹਨ। ਇਸ ਸੁਭਾਅ ਅਨੁਸਾਰ ਤਿਰਲੋਚਨ ਜੀ ਦੀ ਵਹੁਟੀ ਗਵਾਂਢਣ ਕੋਲ ਬੈਠੀ ਸੀ ਤਾਂ ਗਵਾਂਢਣ ਨੇ ਉਸ ਨੂੰ ਪੁੱਛਿਆ, ਭੈਣ ਸੱਚੀ ਦੱਸ, ਅੱਜ ਕੱਲ੍ਹ ਤੂੰ ਬਹੁਤ ਉਦਾਸ ਰਹਿਣ ਲੱਗ ਪਈ ਹੈ। ਪਹਿਲੇ ਤੇਰੇ ਮੁਖ ਤੇ ਲਾਲੀਆਂ ਸੀ ਪਰ ਹੁਣ ਪਤਾ ਨਹੀਂ ਕੀ ਹੋ ਗਿਆ, ਤੇਰਾ ਚਿਹਰਾ ਹਲਦੀ ਵਾਂਗ ਪੀਲਾ ਹੋ ਗਿਆ ਹੈ। ਤੂੰ ਦੱਸ, ਗਵਾਂਢਣ ਕਹਿਣ ਲੱਗੀ, ਦੁੱਖ ਕੀ ਹੈ ਤੈਨੂੰ? ਤਿਰਲੋਚਨ ਜੀ ਦੀ ਭੋਲੀ ਇਸਤਰੀ ਨੂੰ ਨਹੀਂ ਸੀ ਪਤਾ ਕਿ ਜੋ ਸੰਤਾਂ ਦੀ ਸੇਵਾ ਕਰਨ ਵਾਲਾ ਉਹਨਾਂ ਦੇ ਘਰ ਟਹਿਲੂਆ ਹੈ, ਉਹ ਤਾਂ ਖੁਦ ਹੀ ਭਗਵਾਨ ਰੂਪ ਹੈ ਤੇ ਉਹ ਉਸ ਨੂੰ ਆਮ ਮਨੁੱਖ ਸਮਝਦੀ ਰਹੀ ਤੇ ਗਵਾਂਢਣ ਨਾਲ ਗੱਲਾਂ ਕਰਨ ਲੱਗ ਪਈ ਤੇ ਉਸ ਨੇ ਸੋਚਿਆ ਕਿ ਮੈਂ ਤਾਂ ਇਹ ਅੰਤਰਜਾਮੀ ਤੋਂ ਪਰਦਾ ਹੋ ਕੇ ਗੱਲ ਕਰ ਰਹੀ ਹਾਂ। ਉਹ ਤਾਂ ਘੱਟ ਦੀ ਜਾਣਨਹਾਰ ਸੀ। ਤਿਰਲੋਚਨ ਜੀ ਦੀ ਵਹੁਟੀ ਗਵਾਂਢਣ ਨੂੰ ਆਖਣ ਲੱਗੀ, ਭੈਣ ਕੀ ਦੱਸਾਂ, ਇੱਕ ਦਿਨੋਂ ਦਿਨ ਬੁਢੇਪਾ ਆਉਂਦਾ ਹੈ ਤੇ ਦੂਸਰਾ ਸੰਤ ਵੀ ਰੋਜ਼ ਦੀ ਗਿਣਤੀ ਤੋਂ ਵੱਧ ਕੇ ਆਉਣ ਲੱਗ ਪਏ ਹਨ। ਆਟਾ ਪੀਸ ਕੇ ਪਕਾਉਣਾ ਪੈਂਦਾ ਹੈ ਤੇ ਮੈਂ ਬਹੁਤ ਥੱਕ ਜਾਂਦੀ ਹਾਂ। ਉਹ ਤੇ ਇੱਕ ਤੇ ਮੈਂ ਆਟਾ ਇੰਨਾ ਪੀਣਾ ਤੇ ਦੂਸਰਾ ਜੋ ਟਹਿਲੂਆ ਹੈ ਨਾ, ਤੇ ਪਹਿਲਾਂ ਉਹ ਗੱਲ ਕਰਦੀ ਰੁਕ ਗਈ। ਉਹਦੀ ਗਵਾਂਢਣ ਨੇ ਆਖਿਆ, ਰੁਕ ਕਿਉਂ ਗਈ? ਆਪਣੇ ਦਿਲ ਦਾ ਹਾਲ ਦੱਸਿਆਂ ਦੁੱਖ ਘਟਦਾ ਹੈ। ਭਗਤ ਜੀ ਦੀ ਪਤਨੀ ਕਹਿਣ ਲੱਗੀ, ਗੱਲ ਹੈ ਕਿ ਤਿਰਲੋਚਨ ਜੀ ਨੇ ਬਹੁਤ ਪੱਕੀ ਕੀਤੀ ਹੋਈ ਹੈ ਕਿ ਕਿਸੇ ਕੋਲ ਕੋਈ ਗੱਲ ਨਹੀਂ ਕਰਨੀ, ਪਰ ਮੈਂ ਭੈਣ ਜਾਣ ਕੇ ਤੈਨੂੰ ਦੱਸਦੀ ਹਾਂ, ਤੂੰ ਅੱਗੇ ਕਿਸੇ ਕੋਲ ਨਾ ਦੱਸੀ। ਜ਼ਰੂਰ ਪੱਕੀ ਕਰਦੀ ਹਾਂ। ਗੱਲ ਇਹ ਹੈ, ਜੋ ਟਹਿਲੂਆ ਰੱਖਿਆ ਹੈ ਨਾ, ਪਤਾ ਨਹੀਂ ਉਹਦਾ ਢਿੱਡ ਹੈ ਕਿ ਟੋਆ, ਉਹ ਰੱਜਦਾ ਹੀ ਨਹੀਂ, 3-4 ਸੇਰ ਅਨਾਜ ਖਾ ਜਾਂਦਾ ਹੈ। ਮੈਂ ਤਾਂ ਪਕਾਉਂਦੀ ਅੱਕ ਗਈ ਹਾਂ। ਭਗਤ ਜੀ ਉਹਨੂੰ ਆਖਦੇ ਕੁਝ ਨਹੀਂ, ਮੈਂ ਬਹੁਤ ਤੰਗ ਹਾਂ। ਉੱਪਰੋਂ ਬੁਢੇਪਾ ਆ ਰਿਹਾ ਹੈ, ਉਹ ਘਰ ਉਜਾੜੀ ਜਾਂਦੇ ਨੇ। ਜੇ ਕੋਲ 4 ਛਿੱਲੜ ਹੈ ਤਾਂ ਕੱਲ੍ਹ ਨੂੰ ਕੰਮ ਆਣਗੇ, ਬੁਢੇਪਾ ਕੱਟ ਜਾਵੇਗਾ। ਜਦੋਂ ਨੈਣ ਪ੍ਰਾਣ ਜਵਾਬ ਦੇ ਗਏ ਤਾਂ ਬਿਨਾਂ ਪੈਸੇ ਤੋਂ ਕੋਈ ਨਹੀਂ ਪੁੱਛਣਾ। ਰਾਤ ਦਿਨੇ ਸੇਵਾ ਕੂਕਦੇ ਰਹਿੰਦੇ ਨੇ। ਇਹ ਤਾਂ ਭਗਤ ਜੀ ਭੁੱਲ ਕਰਦੇ ਨੇ, ਐਸੇ ਸੇਵਕ ਨੂੰ ਨਹੀਂ ਰੱਖਣਾ ਚਾਹੀਦਾ। ਗਵਾਂਢਣ ਨੇ ਆਖਿਆ, ਉਸ ਨੂੰ ਘਰੋਂ ਕੱਢ ਦਿਓ, ਹੋਰ ਸੇਵਕ ਰੱਖ ਲਵੋ, ਇਹ ਕਿਹੜੀ ਗੱਲ ਹੈ? ਤਿਰਲੋਚਨ ਦੀ ਵਹੁਟੀ ਇਸ ਤਰ੍ਹਾਂ ਗੱਲਾਂ ਕਰਦੀ ਤੇ ਰੋਣੇ ਰੋਂਦੀ ਹੋਈ ਗਵਾਂਢਣ ਕੋਲ ਬਹੁਤ ਚਿਰ ਬੈਠੀ ਰਹੀ। ਦਾਲ ਧਰਨ ਨੂੰ ਵੀ ਦੇਰ ਹੋ ਗਈ, ਹਨੇਰਾ ਪੈ ਗਿਆ। ਉਸ ਦਾ ਖਿਆਲ ਸੀ ਕਿ ਟਹਿਲੂਆ ਆਪੇ ਹੀ ਰੱਖ ਦੇਵੇਗਾ, ਪਰ ਟਹਿਲੂਆ ਤਾਂ ਅੰਤਰਜਾਮੀ ਸੀ। ਉਸ ਨੇ ਸਾਰੀ ਗੱਲਬਾਤ ਦੂਰ ਬੈਠਿਆਂ ਸੁਣ ਲਈ ਤੇ ਉਹ ਆਪਣੀ ਜਦੋਂ ਨਿੰਦਾ ਸੁਣੀ ਤੇ ਉਸ ਵੇਲੇ ਹੀ ਆਪਣੀ ਗਠੜੀ ਚੱਕ ਕੇ ਘਰੋਂ ਨਿਕਲ ਗਿਆ। ਘਰ ਸੁੰਨਾ ਛੱਡ ਗਿਆ, ਬੂਹੇ ਖੁੱਲ੍ਹੇ ਛੱਡ ਗਿਆ। ਉਹ ਅਲੋਪ ਹੋ ਕੇ ਆਪਣੇ ਅਸਲੀ ਰੂਪ ਵਿੱਚ ਹੋ ਗਿਆ। ਗਵਾਂਢਣ ਕੋਲੋਂ ਉੱਠ ਕੇ ਜਦੋਂ ਉਹ ਘਰ ਆਈ ਤਾਂ ਦੇਖ ਕੇ ਹੈਰਾਨ ਹੋ ਗਈ ਕਿ ਘਰ ਦੇ ਸਾਰੇ ਬੂਹੇ ਖੁੱਲ੍ਹੇ ਪਏ ਹਨ। ਟਹਿਲੂਆ ਵੀ ਘਰ ਨਹੀਂ ਹੈ। ਬਹੁਤ ਆਵਾਜ਼ਾਂ ਮਾਰੀਆਂ ਪਰ ਕਿਸੇ ਨੇ ਜਵਾਬ ਨਾ ਦਿੱਤਾ। ਰਾਤ ਨੂੰ ਤਿਰਲੋਚਨ ਜੀ ਆਏ। ਉਹਨਾਂ ਵੀ ਆ ਕੇ ਪੁੱਛਿਆ ਕਿ ਅੰਤਰਜਾਮੀ ਕਿੱਧਰ ਗਿਆ, ਪਰ ਕਿਸੇ ਨੂੰ ਕੋਈ ਪਤਾ ਹੀ ਨਹੀਂ ਸੀ।
त्रिलोचन जी जान गए कि उसकी इस्त्री कोलों जरूर कोई भुल हो भी होएगी। उसने कोई निंदिया कर बैठी होएगी जिस करके वो चलिया गया। कई दिन त्रिलोचन जी उस टहलुए नूं लभदे रहे। एक दिन की होया कि रात नूं सुत्ते पए त्रिलोचन जी नूं भाखिया होई, तेरा टहलुआ अंतरजामी सचमुच अंतरजामी भगवान सी, तैनू दर्शन देन आया सी पर तू पछाण नहीं कीती। तेरी पत्नी ने गल गवा दिती। नामदेव जी दी सिफारिश करन ते भगवान तैनू दर्शन देन आए सी। इस भाख्या नूं सुन के त्रिलोचन जी तड़प उठे। वड्डा पछतावा लग गया। घरवाली नूं कहण लगे, तूं बहुत बुरा कीता। टहलुआ बन के भगवान घर आया पर 2 सेर आटे बदले घरों कढ़ दिता। यह सब कुछ उसदा ही दिता है, उसदी ही माया वरत रही है। ते लालची नारी, तू प्रभु दे भेत नूं ना समझ सकी। हाय साडे खोटे भाग। त्रिलोचन जी दी इस्त्री यह सुन के अगों विलाप करन लगी कि भगवान सारी उम्र उन्हां नाल नाराज रहा। पहला तां कोई संतान नहीं दिती ते जदों भगवान बन के साडे घर आ ही गया फिर रुस के चले गए। मैं ते बहुत वड्डी अभागण हाँ। ओह उच्ची उच्ची विलाप करन लग पई। यह सुन के भगवान जी अपनी पत्नी नूं समझाण लगे कि इस विच किसी दा कोई दोष नहीं। इस च ईश्वर नूं दोष ना ला, ये तां अपने कर्मां दा ही दोष है। ये साडे माड़े कर्म हन जो भगवान घर आके भी साडे घरों चले गए। ते इस तरह ओह भगवान दे भाल करदे करदे रोंदे रहे ते पर भगवान उन्हां नूं ना मिले। यह सोच के उन्हां दी पत्नी ते त्रिलोचन जी बहुत उदास होए। ते इदां ही है कि सारा दोष ही साडे कर्मां दा है। सारे चंगे माड़े साडे कर्म ही दा ही असीं फल पाउंदे हां। ते इदां दियां ही होर साखियां सुनन लई साडे चैनल नूं सबसक्राइब करो ते वीडियो नूं लाइक ते शेयर करना ना भुल्लना। वाहिगुरू जी का खालसा, वाहिगुरू जी की फतेह।